ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਨਵਦੀਪ ਸਿੰਘ ਨਿਜ਼ਾਮਪੁਰ ਇੰਗਲੈਂਡ ਤੋਂ। ਹਾਂਜੀ, ਵਿਚਾਰ ਕਿਸਾਨੀ ਸੰਘਰਸ਼ ਬਾਰੇ ਕੁਝ ਕਰਦੇ ਹਾਂ ਜੋ ਪਿਛਲੇ ਕੁਝ ਦਿਨਾਂ ਵਿੱਚ ਵਾਪਰਿਆ। ਕਾਫੀ ਉਹਦੇ ਵਿੱਚ ਮੰਦਭਾਗਾ ਸੀਗਾ। ਖਾਸ ਕਰਕੇ ਸੰਯੁਕਤ ਕਿਸਾਨ ਮੋਰਚੇ ਦੇ ਕੁਝ ਰਾਜੇਵਾਲ ਇਤਿਹਾਦਕ ਜਾਂ ਰਜਿੰਦਰ ਵਰਗਿਆਂ ਵੱਲੋਂ ਗੈਰ ਜ਼ਿੰਮੇਦਾਰਾਨਾ ਬਿਆਨ ਜਿਹੜੇ ਦਿੱਤੇ ਗਏ ਆ ਅਤੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਜਿਹੜੇ ਦਿੱਤੇ ਜਾ ਰਹੇ ਆ, ਇਹ ਬਿਲਕੁਲ ਨਿਰਾਸ਼ਾਜਨਕ ਮਾਹੌਲ ਸਿਰਜ ਰਹੇ ਆ ਅਤੇ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਵਾਲੀਆਂ ਗੱਲਾਂ ਕੀਤੀਆਂ ਪਿੱਛੇ ਤਾਂ ਅਜੇ ਵੀ ਕੀਤੀਆਂ ਜਾ ਰਹੀਆਂ। ਸਗੋਂ ਉਹਨਾਂ ਪੁਰਾਣੀਆਂ ਕੀਤੀਆਂ ਗੱਲਾਂ ਦੀ ਮਾਫੀ ਮੰਗਣ ਦੇ ਬਜਾਏ, ਏਕਤਾ ਦਾ ਮਾਹੌਲ ਸਿਰਜਣ ਦੀ ਬਜਾਏ ਕਿਸਾਨੀ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਪ੍ਰਸ਼ੰਸਕ ਆ ਜਾਂ ਸੰਯੁਕਤ ਮੋਰਚੇ ਵਾਲੇ ਅਜੇ ਵੀ ਉਹਨਾਂ ਆਪਣੀਆਂ ਗੱਲਾਂ 'ਤੇ ਉਸੇ ਤਰ੍ਹਾਂ ਅੜੇ ਹੋਏ ਆ ਅਤੇ ਉਹੀ ਨਿਰਾਸ਼ਾਜਨਕ ਮਾਹੌਲ ਪੈਦਾ ਕਰ ਰਹੇ ਆ। ਉਹਨਾਂ ਜੋ ਗੱਲਾਂ ਪਿੱਛੇ ਬਿਆਨ ਦਿੱਤੇ ਗਏ ਆ ਆਪਣੀ ਮਨਮਰਜ਼ੀ ਕਰਕੇ, ਅਤੇ ਉਹਨਾਂ ਦੀ ਸਗੋਂ ਮਾਫੀ ਮੰਗਣੀ ਚਾਹੀਦੀ ਆ। ਗੱਲ ਵੇਖੋ, ਏਕਤਾ ਦੀ ਕੀਤੀ ਜਾ ਰਹੀ ਵੀ ਏਕਤਾ ਬਣਾਉਣੀ ਚਾਹੀਦੀ ਆ। ਏਕਤਾ ਕਹੀ ਜਾ ਰਹੀ ਪਰ ਬਣਾਈ ਨਹੀਂ ਜਾ ਰਹੀ। ਪਿੱਛੇ ਖਾਸ ਕਰਕੇ ਜੋ ਕੇਸਰੀ ਨਿਸ਼ਾਨ ਸਾਹਿਬ ਪ੍ਰਤੀ ਗੈਰ ਜ਼ਿੰਮੇਦਾਰਾਨਾ ਜਿਹੜੇ ਬਿਆਨ ਦਿੱਤੇ ਗਏ ਆ, ਧਰਮ ਪ੍ਰਤੀ ਦਿੱਤੇ ਜਾ ਰਹੇ ਆ ਵੀ ਧਰਮ ਏਕਤਾ ਨੂੰ ਖਤਰਾ ਆ, ਇਹਨੂੰ ਧਾਰਮਿਕ ਰੰਗਤ ਨਾ ਦੇਵੋ ਕਿਸਾਨੀ ਸੰਘਰਸ਼ ਨੂੰ। ਅਤੇ ਕੇਸਰੀ ਨਿਸ਼ਾਨ ਸਾਹਿਬ ਕਰਕੇ ਕਿਸਾਨ ਏਕਤਾ ਨੂੰ ਢਾਹ ਲੱਗੀ ਆ। ਇਹ ਵੇਖੋ, ਬਹੁਤ ਨਿਰਾਸ਼ਾਜਨਕ ਜਿਹੜੇ ਇਹੋ ਜਿਹੀਆਂ ਬਿਆਨਬਾਜ਼ੀਆਂ ਆ। ਦੇਖੋ, ਕੇਸਰੀ ਨਿਸ਼ਾਨ ਸਾਹਿਬਾਂ ਦੇ ਨਾਲ ਜਿਹੜੇ ਜੁੜੇ ਹੋਏ ਆ ਸਾਰਾ ਸਿੱਖ ਪੰਥ, ਖਾਸ ਕਰਕੇ ਉਹ ਕਿਸਾਨੀ ਤਬਕਾ ਆ। ਅਤੇ ਕੇਸਰੀ ਨਿਸ਼ਾਨ ਵਿਦੇਸ਼ਾਂ ਵਿੱਚ ਵੀ ਆ ਕਰਕੇ ਸੰਗਤਾਂ ਨੇ ਝੁਲਾਏ ਆ, ਆਪਣੀ ਵੱਖਰੀ ਪਛਾਣ ਨੂੰ ਬਰਕਰਾਰ ਰੱਖਿਆ ਆ। ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੇ ਬਹੁਤ, ਦੇਸ਼ ਦੀਆਂ ਸੰਗਤਾਂ ਨੇ ਅਤੇ ਵਿਦੇਸ਼ ਦੀਆਂ ਸੰਗਤਾਂ ਨੇ ਬਹੁਤ ਸਹਿਯੋਗ ਕਿਸਾਨੀ ਸੰਘਰਸ਼ ਨੂੰ ਦਿੱਤਾ। ਖਾਸ ਕਰ ਉਹ 'ਚ ਕੇਸਰੀ ਨਿਸ਼ਾਨ ਸਾਹਿਬ ਵਾਲੇ ਆ। ਵਿਦੇਸ਼ ਦੀਆਂ ਸੰਗਤਾਂ ਨੇ ਇੱਥੇ ਕੇਸਰੀ ਨਿਸ਼ਾਨ ਜਿੱਥੇ ਝੁਲਾਏ, ਉੱਥੇ ਕਿਸਾਨੀ ਸੰਘਰਸ਼ ਦਾ ਵੱਧ ਤੋਂ ਵੱਧ ਵਿਦੇਸ਼ਾਂ ਵਿੱਚ ਉਹ ਵੀ ਸਾਥ ਦਿੱਤਾ ਗਿਆ ਮਾਇਕ ਪੱਧਰ 'ਤੇ, ਹੈ ਨਾ। ਚਲੋ, ਫਰਜ਼ ਸੀਗਾ ਸਾਰਿਆਂ ਦਾ। ਕਿਸਾਨ ਰੈਲੀਆਂ ਕੱਢੀਆਂ ਗਈਆਂ, ਇੰਗਲੈਂਡ ਵਿੱਚ ਵੀ ਇੱਥੇ ਕੱਢੀਆਂ ਗਈਆਂ, ਸਮਰਥਨ ਦਿੱਤਾ ਗਿਆ। ਸਗੋਂ ਫਰਜ਼ ਸੀਗਾ, ਨਿਭਾਇਆ ਅਤੇ ਨਿਭਾ ਰਹੇ ਆ, ਨਿਭਾਉਣਾ ਆ, ਆਪਣਾ ਹੱਕ ਰਾਈਟ ਲੈਣਾ ਆ। ਪਰ ਜਿੰਨਾ ਕੇਸਰੀ ਨਿਸ਼ਾਨ ਸਾਹਿਬ ਵਾਲਿਆਂ ਨੇ ਇੰਨਾ ਸੰਯੋਗ ਦਿੱਤਾ ਅਤੇ ਦੇ ਰਹੇ ਆ, ਫਿਰ ਇਹੋ ਜਿਹੇ ਬਿਆਨ ਕੇਸਰੀ ਨਿਸ਼ਾਨ ਸਾਹਿਬ ਪ੍ਰਤੀ ਦੇਣੇ, ਧਰਮ ਪ੍ਰਤੀ ਦੇਣੇ, ਇਹ ਬਿਲਕੁਲ ਗੈਰ ਜ਼ਿੰਮੇਦਾਰਾਨਾ ਗੱਲਾਂ ਆ। ਇਹਨਾਂ ਨੂੰ ਸੁਧਾਰ ਕਰਨਾ ਚਾਹੀਦਾ ਆ। ਅਤੇ ਦੂਜੀ ਗੱਲ ਜਿਹੜੀ ਸਭ ਤੋਂ ਇਹ ਗੱਲ ਕਹੀ ਜਾ ਰਹੀ ਆ ਵੀ ਸੈਕੂਲਰਿਜ਼ਮ ਦੁਆਰਾ ਉਹਨੂੰ ਵੱਡਾ ਦੱਸਿਆ ਜਾ ਰਿਹਾ। ਸੈਕੂਲਰਿਜ਼ਮ ਦੁਆਰਾ ਹੀ ਸੰਘਰਸ਼ ਲੜਨਾ, ਮਾਰਕਸਵਾਦ ਲੈਣਵਾਦ ਦੀ ਥਿਊਰੀ ਨੂੰ ਅੱਗੇ ਰੱਖਿਆ ਜਾ ਰਿਹਾ। ਧਰਮ ਨੂੰ ਏਕਤਾ ਭੰਗ ਕਰਨ ਵਾਲਾ, ਨਿਸ਼ਾਨ ਸਾਹਿਬ ਨੂੰ ਏਕਤਾ ਭੰਗ ਕਰਨ ਵਾਲਾ ਦੱਸਿਆ ਜਾ ਰਿਹਾ, ਹੈ ਨਾ। ਅਤੇ ਵੀ ਥੋੜ੍ਹੀ ਵਿਚਾਰ ਕਰਾਂਗੇ। ਅਤੇ ਇੱਕ ਜਿਹੜਾ ਸਭ ਤੋਂ ਵੱਡਾ ਗੈਰ ਜ਼ਿੰਮੇਦਾਰਾਨਾ ਬਿਆਨ ਦਿੱਤਾ ਗਿਆ ਰਾਜੇਵਾਲ ਦੁਆਰਾ, ਰਜਿੰਦਰ ਦੁਆਰਾ ਇਤਿਹਾਦਕ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਸਰੀ ਨਿਸ਼ਾਨ ਝਾਉਣ ਪ੍ਰਤੀ ਨੌਜਵਾਨ ਜਿਹੜੀ ਪੰਜਾਬ ਦੀ ਨੌਜਵਾਨੀ ਨੂੰ ਬਿਲਕੁਲ ਕੰਡੈਮ ਕਰ ਦਿੱਤਾ। ਸਾਰਾ ਭਾਂਡਾ ਉਹਨਾਂ ਦੇ ਸਿਰ ਭੰਨ ਦਿੱਤਾ ਗਿਆ। ਇਹ ਬਿਲਕੁਲ ਗਲਤ ਗੱਲ ਸੀਗੀ। ਅਤੇ ਰਾਜੇਵਾਲ ਸਾਹਿਬ ਮਾਫੀ ਮੰਗ ਰਹੇ ਆ ਸਰਕਾਰ ਕੋਲੋਂ ਵੀ ਅਸੀਂ ਮਾਫੀ ਮੰਗਦੇ ਹਾਂ, ਤਿਰੰਗੇ ਦਾ ਅਪਮਾਨ ਹੋਇਆ। ਵੇਖੋ ਕਿੱਡਾ ਗੈਰ ਜ਼ਿੰਮੇਦਾਰਾਨਾ ਇਹ ਬਿਆਨ ਆ। ਅਤੇ ਬਿਲਕੁਲ ਆਪਣੀ ਨੌਜਵਾਨੀ ਨੂੰ ਆਪ ਦੋਸ਼ੀ ਕਰਾਰ ਦਿੱਤਾ ਗਿਆ। ਵੇਖੋ ਕਿ ਸਾਰੇ ਤੁਸੀਂ ਵੀਡੀਓ ਵੇਖੀਆਂ ਚੰਗੀ ਤਰ੍ਹਾਂ, ਤਿਰੰਗੇ ਦਾ ਕਿਸੇ ਵੀ ਉੱਥੇ ਨੁਕਸਾਨ ਨਹੀਂ ਪਹੁੰਚਾਇਆ। ਇਹ ਆਖਰ ਅਸੀਂ ਮਾਫੀ ਮੰਗਦੇ ਹਾਂ, ਤਿਰੰਗੇ ਦਾ ਅਪਮਾਨ ਹੋਇਆ। ਅਪਮਾਨ 'ਤੇ ਤੁਸੀਂ ਸਰਕਾਰ ਨੂੰ ਸਗੋਂ ਦੋਸ਼ੀ ਬਣਾਉਣਾ ਸੀਗਾ। ਤੁਹਾਡੇ ਕੋਲ ਲੱਖਾਂ ਸਬੂਤ ਮੌਜੂਦ ਸੀਗੇ ਵੀ ਅਪਮਾਨ ਕਿਸੇ ਪ੍ਰਕਾਰ ਤਿਰੰਗੇ ਦਾ ਨਹੀਂ ਕੀਤਾ। ਸਗੋਂ ਅਪਮਾਨ ਇਹਨਾਂ ਨੇ ਕੀਤਾ ਜਿਹੜੇ ਕਹਿੰਦੇ ਸੀ ਤਿਰੰਗੇ ਦੇ ਰੱਖਿਅਕ ਆ। ਭਾਜਪਾ ਵੱਲੋਂ, RSS ਵੱਲੋਂ ਤਿਰੰਗੇ ਦਾ ਅਪਮਾਨ ਕਈ ਵਾਰ ਕੀਤਾ ਗਿਆ। ਯੂਪੀ ਵਿੱਚ ਇਹਦਾ ਜਿਹੜਾ ਮੰਤਰੀ ਆ ਭਾਜਪਾ ਦਾ, ਜੋਗੀ, ਜਦੋਂ ਉਹਨੇ ਰੈਲੀ ਕੀਤੀ ਆ, ਉਹ ਉੱਥੇ ਭਾਜਪਾ ਪਾਰਟੀ ਦਾ ਝੰਡਾ ਤਿਰੰਗੇ ਦੇ ਉੱਤੇ ਲਹਿਰਾਇਆ ਗਿਆ ਆ। ਇਹ RSS ਵਾਲੇ ਆਪਣੇ ਦਫ਼ਤਰਾਂ ਅੱਗੇ ਨਹੀਂ ਤਿਰੰਗਾ ਲਹਿਰਾਉਂਦੇ ਰਹੇ, ਤਿਰੰਗੇ ਦਾ ਅਪਮਾਨ ਕਰਦੇ ਰਹੇ ਆ।
ਕਈ ਇਹੋ ਜਿਹੇ ਸਬੂਤ ਅਵੇਲੇਬਲ ਹੈਗੇ ਸੀ ਤੁਹਾਡੇ ਕੋਲ ਵੀ ਤਿਰੰਗੇ ਦਾ ਅਪਮਾਨ ਉਹਨਾਂ ਨੇ ਕੀਤਾ ਜਿਹੜੇ ਸਾਨੂੰ ਕਹਿ ਰਹੇ ਆ। ਤੇ ਸਗੋਂ ਜੋ ਨੌਜਵਾਨਾਂ ਨੇ ਉਸ ਦਿਨ ਕੀਤਾ ਆ ਉਹਦੇ ਵਿੱਚ ਕਿਸੇ ਪ੍ਰਕਾਰ ਹੀ ਨੌਜਵਾਨ ਦੋਸ਼ੀ ਨਹੀਂ ਆ। ਪਹਿਲੀ ਗੱਲ ਤਾਂ ਇਹ ਗੱਲ ਸੋਚੀਏ ਵਿਚਾਰੀਏ ਵੀ ਜਦੋਂ ਰਿੰਗ ਰੋਡ ਦਾ ਬਿਆਨ ਆਪ ਹੀ ਕਿਸਾਨ ਜਥੇਬੰਦੀਆਂ ਨੇ ਦੇ ਦਿੱਤਾ, ਰਿੰਗ ਰੋਡ 'ਤੇ ਜਾਣਾ ਆ ਅਤੇ ਦਿੱਲੀ ਦੇ ਹਿੱਕ 'ਤੇ ਅਸੀਂ ਮੋਦੀ ਦੇ ਹਿੱਕ 'ਤੇ ਟਰੈਕਟਰ ਚੜ੍ਹਾ ਦਿਆਂਗੇ, ਇੱਦਾਂ ਦੇ ਬਿਆਨ ਦਿੱਤੇ ਗਏ ਵੀ ਉੱਥੇ ਜਾ ਕੇ ਝੰਡਾ ਲਹਿਰਾਵਾਂਗੇ ਲਾਲ ਕਿਲ੍ਹੇ 'ਤੇ। ਅਤੇ ਨੌਜਵਾਨੀ ਜਿਹੜੀ ਬਿਲਕੁਲ ਉਹਦੀ ਗੱਲਾਂ ਦੇ ਥਿਰ ਰਹੀ ਹੈ। ਤੁਸੀਂ ਸਾਰੇ ਬਚਨਾਂ ਤੋਂ ਕਿਸ ਗਏ ਆ, ਪਿੱਛੇ ਸਾਰੇ ਭੱਜ ਗਏ ਆ, ਸਾਰਿਆਂ ਨੇ ਸਭ ਕੁਝ ਵੇਖਿਆ। ਅਤੇ ਫਿਰ ਜੇ ਉੱਥੇ ਨੌਜਵਾਨੀ ਚਲੇ ਗਈ ਆਪਣਾ ਰੋਸ ਪ੍ਰਦਰਸ਼ਨ ਉੱਥੇ ਜ਼ਾਹਰ ਕਰ ਦਿੱਤਾ ਅਤੇ ਤੁਸੀਂ ਆਪਣੀ ਨੌਜਵਾਨੀ ਨੂੰ ਸੱਚਾ ਕਹਿਣਾ ਸੀਗਾ ਅਤੇ ਸਰਕਾਰ ਨੂੰ ਦੋਸ਼ੀ ਠਹਿਰਾਉਣਾ ਸੀਗਾ। ਉਲਟਾ ਤੁਸੀਂ ਆਪਣੀ ਨੌਜਵਾਨੀ ਨੂੰ ਹੀ ਭੰਡ ਦਿੱਤਾ, ਦੋਸ਼ੀ ਕਰਾਰ ਦੇ ਦਿੱਤਾ ਅਤੇ ਸਰਕਾਰ ਨੂੰ ਤੁਸੀਂ ਬਰੀ ਕਰ ਦਿੱਤਾ। ਦੋਸ਼ੀ ਤਾਂ ਸਰਕਾਰ ਨੂੰ ਬਣਾਉਣਾ ਸੀ, ਇੱਕ ਹੋਰ ਮੌਕਾ ਮਿਲਿਆ ਸੀ ਹੋਰ ਪ੍ਰੈਸ਼ਰਾਈਜ਼ ਕਰਨਾ ਸਰਕਾਰ ਨੂੰ। ਉੱਥੇ ਕਿਸੇ ਪਰ ਜਿਹੜੀ ਹਿੰਸਾ ਇਸ ਪ੍ਰਕਾਰ ਉੱਥੇ ਹੋਈ ਉਹ ਬਿਲਕੁਲ ਗਲਤ ਕਿਹਾ ਜਾ ਰਿਹਾ ਵੀ ਕਿਸਾਨਾਂ ਨੇ ਕੀਤੀ ਆ ਜੀ, ਕਿਸਾਨਾਂ ਨੇ ਨਹੀਂ ਕੀਤੀ, ਉਹ ਬਿਲਕੁਲ ਸਾਰੀ ਹਿੰਸਾ ਸਰਕਾਰ ਨੇ ਕੀਤੀ ਹੈ। ਜੇ ਵੇਖੋ ਗੱਲ ਧਿਆਨ ਨਾਲ ਵਿਚਾਰੀ ਜਾਵੇ ਅਤੇ ਜੇ ਸ਼ੰਭੂ ਬਾਰਡਰ ਤੋਂ ਚੱਲ ਕੇ ਕਿਸਾਨ ਲਾਲ ਕਿਲ੍ਹੇ ਤੱਕ ਗਏ ਸੀਗੇ ਅਤੇ ਜੇ ਸਰਕਾਰ ਨਾ ਰੋਕਦੀ ਤਾਂ ਕਿਸੇ ਪ੍ਰਕਾਰ ਦਾ ਵੀ ਕੋਈ ਉੱਥੇ ਇਸ ਪ੍ਰਕਾਰ ਦੀ ਕੋਈ ਘਟਨਾ ਵਾਪਰਨੀ ਨਹੀਂ। ਜੇ ਕਿਸਾਨਾਂ ਨੇ ਸਿੱਧਾ ਜਾਣਾ ਸੀ ਲਾਲ ਕਿਲ੍ਹੇ 'ਤੇ ਆਪਣਾ ਰੋਸ ਪ੍ਰਦਰਸ਼ਨ ਕਰਕੇ ਅਤੇ ਵਾਪਸ ਆ ਜਾਣਾ ਸੀ। ਜਿਹੜੇ ਕਹਿੰਦੇ ਉੱਥੇ ਝੰਡੇ ਲਹਿਰਾਏ ਗਏ ਆ, ਝੰਡੇ ਲਹਿਰਾ ਕੇ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਆ, ਇੱਕ ਸਿੰਬੋਲਿਕ ਤੌਰ 'ਤੇ, ਪ੍ਰਤੀਕ ਦੇ ਤੌਰ 'ਤੇ, ਸਿੰਬੋਲਿਕ ਤੌਰ 'ਤੇ ਰੋਸ ਪ੍ਰਦਰਸ਼ਨ ਅੰਨੀ ਬੋਲੀ ਸਰਕਾਰ ਨੂੰ ਜਗਾਇਆ ਗਿਆ ਹੈ ਨਾ। ਉੱਥੇ ਕੇਸਰੀ ਨਿਸ਼ਾਨ ਸਾਹਿਬ ਦੇ ਨਾਲ ਕਿਸਾਨੀ ਝੰਡਾ ਵੀ ਲਹਿਰਾਇਆ ਗਿਆ ਅਤੇ ਤਿਰੰਗੇ ਨੂੰ ਕਿਸੇ ਨੇ ਕੋਈ ਨਹੀਂ ਉੱਥੇ ਉਹਦਾ ਵਿਗਾੜਿਆ ਕੁਝ। ਇਹ ਕਰਕੇ ਜੇ ਕਿਸਾਨ ਨਾ ਸਰਕਾਰ ਰੋਕਦੀ ਸੀ, ਸਰਕਾਰ ਨੇ ਰੋਕਿਆ ਉੱਥੇ ਕਿਸਾਨਾਂ ਨੇ ਸੈਲਫ ਡਿਫੈਂਸ ਕੀਤਾ ਆ, ਕਿਸਾਨਾਂ ਨੇ ਆਪਣੀ ਰੱਖਿਆ ਕੀਤੀ ਅੱਗੋਂ, ਕਿਸਾਨਾਂ ਨੇ ਕਿਸੇ 'ਤੇ ਵਾਧਾ ਨਹੀਂ ਕੀਤਾ। ਸਰਕਾਰ ਜੇ ਨਾ ਬੈਰੀਕੇਡ ਲਾਉਂਦੀ, ਨਾ ਰੋਕਦੀ, ਕਿਸਾਨਾਂ ਸਿੱਧੇ ਜਾਣਾ ਸੀ ਰੋਸ ਪ੍ਰਦਰਸ਼ਨ ਕਰਕੇ ਆਪਣਾ ਉੱਥੇ ਉੱਥੋਂ ਵਾਪਸ ਆ ਜਾਣਾ ਸੀਗਾ। ਪਹਿਲੀ ਗੱਲ ਤਾਂ ਇੱਕ ਕਦਮ ਹੋਰ ਅੱਗੇ ਵਧਾਇਆ ਗਿਆ ਸੀਗਾ, ਪਹਿਲੀ ਗੱਲ ਤਾਂ ਗਾਂਹ ਹੋਰ ਵਧਣਾ ਚਾਹੀਦਾ ਸੀਗਾ ਨਾ। ਜਿਹੜਾ ਏਕਾਧਿਕਾਰ ਵਾਲੀ ਸਰਕਾਰ ਆ ਉਹ ਬਰਾਬਰ ਦੀ ਧਿਰ ਬਣ ਕੇ ਮੁਕਾਬਲਾ ਹੁੰਦਾ ਨਾ, ਮੰਗਤੇ ਬਣ ਕੇ ਤਾਂ ਨਹੀਂ ਨਾ ਕਿ ਮੰਗਤੇ ਬਣ ਕੇ ਮੰਗਤਿਆਂ ਨੂੰ ਫਿਰ ਕੌਣ ਫਿਰ ਇਸ ਪ੍ਰਕਾਰ ਹੱਕ ਦਿੰਦਾ ਹੁੰਦਾ। ਇਸ ਪ੍ਰਕਾਰ ਬਰਾਬਰ ਦੀ ਧਿਰ ਬਣੇ ਹੈ, ਇੱਕ ਕਦਮ ਹੋਰ ਵਧੇ ਸੀਗੇ। ਹੁਣ ਗੱਲਾਂ ਕਰਦੇ ਲਾਲ ਕਿਲ੍ਹੇ 'ਤੇ ਜਾਣਾ, ਮੋਦੀ ਨੂੰ ਇੱਦਾਂ ਕਰਨਾ ਉੱਦਾਂ ਕਰਨਾ, ਉਹ ਮੌਕਾ ਮਿਲਿਆ ਸੀ ਇੱਕ ਕਦਮ ਹੋਰ ਵਧਾਇਆ ਸੀ, ਨੌਜਵਾਨਾਂ ਨੇ ਅੱਗੇ ਵਧੇ ਸੀ ਅਤੇ ਫਿਰ ਉੱਥੇ ਜਾ ਕੇ ਮੋਰਚਾ ਲਾਇਆ ਜਾਂਦਾ, ਗਾਂਹ ਇੱਕ ਕਦਮ ਵਧਿਆ ਹੀ ਗੱਲ ਬਣਨੀ ਸੀ। ਸਗੋਂ ਸਰਕਾਰ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਅਤੇ ਇਸ ਪ੍ਰਕਾਰ ਸਾਰਾ ਕੁਝ ਨੌਜਵਾਨਾਂ ਦੇ ਸਿਰ 'ਤੇ ਦੀਪ ਸਿੱਧੂ ਦੇ ਲੱਖੇ ਸਿਧਾਣੇ ਨੌਜਵਾਨੀ ਦਾ ਭਾਂਡਾ ਭੰਨ ਦਿੱਤਾ ਗਿਆ। ਦੀਪ ਸਿੱਧੂ ਅਤੇ ਆਪਣਾ ਲੱਖੇ ਸਿਧਾਣੇ 'ਤੇ ਜਿਹੜਾ ਇਸ ਪ੍ਰਕਾਰ ਜਿਹੜਾ ਇਹ ਦੂਸ਼ਣ ਲਾਉਣਾ ਆ ਨੌਜਵਾਨੀ 'ਤੇ ਬਿਲਕੁਲ ਸਰਾਸਰ ਗਲਤ ਆ। ਇਹ ਦੀਪ ਸਿੱਧੂ ਨੇ ਭੜਕਾਇਆ, ਉਹਨੂੰ ਗਦਾਰ ਦਾ ਠੱਬਾ ਲਾ ਦਿੱਤਾ, ਇਹ ਸਰਾਸਰ ਗਲਤ ਗੱਲ ਆ। ਇਹ ਦੀਪ ਸਿੱਧੂ ਨੇ ਕਿਸੇ ਪ੍ਰਕਾਰ ਕਿਸੇ ਨੂੰ ਭੜਕਾਇਆ ਨਹੀਂ, ਉਹ ਤਾਂ ਵੀ ਪੰਜਾਬੀਆਂ ਦੇ ਮਨ ਵਿੱਚ ਆਪਣੇ ਇਤਿਹਾਸ ਦਾ ਲਹੂ ਭਿੱਜਾ ਇਤਿਹਾਸ ਉਹਨਾਂ ਦੇ ਰੋਮ ਰੋਮ ਵਿੱਚ ਵਸਿਆ ਹੋਇਆ ਹੈ। ਇਹ ਕਰਕੇ ਅਪਮਾਨ ਕਿਸੇ ਪ੍ਰਕਾਰ ਉੱਥੇ ਝੰਡੇ ਦਾ ਨਹੀਂ ਹੋਇਆ। ਕੇਸਰੀ ਨਿਸ਼ਾਨ ਸਾਹਿਬ ਗਾਲਬਾਨ ਹੁਣ ਘਾਟੀਆਂ 'ਤੇ ਝੂਲਦਾ ਫੌਜੀਆਂ ਦੇ ਕੋਲ ਹੈ ਨਾ। ਜਦੋਂ 26 ਜਨਵਰੀ ਨੂੰ ਇਸ ਪ੍ਰਕਾਰ ਉੱਥੇ ਇੱਕ ਝਾਕੀ ਨਿਕਲੀ ਪੰਜਾਬ ਦੀ, ਉੱਥੇ ਪਰੇਡ ਹੋਈ ਸੀਗੀ 26 ਜਨਵਰੀ 'ਤੇ ਲਾਲ ਕਿਲ੍ਹੇ ਦੇ ਵਿੱਚ ਪੰਜਾਬ ਦੀ ਝਾਕੀ ਕੇਸਰੀ ਨਿਸ਼ਾਨ ਸਾਹਿਬ ਝੂਲ ਰਿਹਾ ਸੀਗਾ ਗਾਲਬਨ ਘਾਟੀਆਂ 'ਤੇ ਫੌਜੀਆਂ ਦੇ ਕੋਲ ਝੂਲਦਾ ਹੈ। ਅਤੇ ਜਦੋਂ ਹਰ ਸਾਲ ਦਿੱਲੀ ਫਤਿਹ ਦਾ ਮਾਰਚ ਕੱਢਿਆ ਜਾਂਦਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ, ਅਤੇ ਉਦੋਂ ਜਾ ਕੇ ਲਾਲ ਕਿਲ੍ਹੇ ਦੀਆਂ ਕੰਧਾਂ 'ਤੇ ਕੇਸਰੀ ਨਿਸ਼ਾਨ ਚੜ੍ਹਾਇਆ ਜਾਂਦਾ। ਇਹੋ ਜਿਹੇ ਕਈ ਤੁਹਾਡੇ ਕੋਲ ਪ੍ਰੂਫ ਸੀਗੇ ਅਤੇ ਤੁਸੀਂ ਇਸ ਪ੍ਰਕਾਰ ਸਰਕਾਰ ਨੂੰ ਦੋਸ਼ੀ ਠਹਿਰਾਉਣਾ ਸੀ, ਨੌਜਵਾਨੀ ਦੋਸ਼ੀ ਠਹਿਰਾ ਦਿੱਤਾ। ਨੌਜਵਾਨੀ ਜਿਹਨਾਂ ਇੰਨਾ ਤੁਹਾਡਾ ਸਾਥ ਦਿੱਤਾ ਹੈ ਨਾ, ਬਿਲਕੁਲ ਮੰਦਭਾਗਾ ਗੈਰ ਜ਼ਿੰਮੇਦਾਰਾਨਾ ਇਹ ਬਿਆਨ ਦਿੱਤੇ ਗਏ। ਜਿਹੜੀ ਗੱਲ ਹੁਣ ਇਹ ਮਾਹੌਲ ਸਿਰਜਿਆ ਜਾ ਰਿਹਾ ਵੀ ਏਕਤਾ ਨੂੰ ਖਤਰਾ ਆ, ਕੇਸਰੀ ਨਿਸ਼ਾਨ ਸਾਹਿਬ ਕਰਕੇ ਹੋ ਗਿਆ ਜਾਂ ਇਹ ਧਰਮ ਕਰਕੇ, ਇਹਨੂੰ ਧਰਮ ਦੀ ਰੰਗਤ ਨਾ ਦਿਓ, ਧਰਮ ਕਰਕੇ ਏਕਤਾ ਨੂੰ ਖਤਰਾ ਹੋ ਜਾਣਾ ਕਿਸਾਨੀ ਸੰਘਰਸ਼ ਨੂੰ। ਬਿਲਕੁਲ ਇਹ ਸਾਰੀਆਂ ਗਲਤ ਗੱਲਾਂ ਕਹੀਆਂ ਜਾ ਰਹੀਆਂ ਆ। ਵੇਖੋ ਏਕਤਾ ਦੀ ਗੱਲ ਕਹੀ ਤਾਂ ਜਾ ਰਹੀ ਪਰ ਕੀਤੀ ਨਹੀਂ ਜਾ ਰਹੀ। ਅੱਜ ਵੀ ਆ ਨਵਾਂ ਹੀ ਬਿਆਨ ਦਿੱਤਾ ਗਿਆ ਆ ਉੱਥੇ ਅਨਵਰ ਗਰੇਵਾਲ ਸਟੇਜ 'ਤੇ ਕਹਿ ਰਿਹਾ ਵੀ ਪਿਛਲੇ ਪਾਸੇ ਸਟੇਜ 'ਤੇ ਨਹੀਂ ਜਾਣਾ,
ਅਤੇ ਪਹਿਲਾਂ ਰਾਜੇ ਰਜਿੰਦਰ ਵੱਲੋਂ, ਰਾਜੇਵਾਲ ਸਾਰਿਆਂ ਵੱਲੋਂ ਕਿਹਾ ਗਿਆ ਵੀ ਉਹ ਸਟੇਜ ਸਾਡੀ ਨਹੀਂ ਗਈ, ਅਸੀਂ ਉੱਥੇ ਜਾਣਾ ਨਹੀਂ ਗਾ। ਵੇਖੋ ਜਿੱਥੇ ਪੰਨੂ ਹੋਣੀ, ਪੰਧੇਰ ਹੋਣੀ, ਮਾਝੇ ਵਾਲੇ ਬੈਠੇ ਸ਼ੰਭੂ ਬਾਰਡਰ 'ਤੇ, ਅਤੇ ਉੱਥੇ ਕਿਉਂ ਕਿਸਾਨ ਨਹੀਂ, ਉੱਥੇ ਮਾਵਾਂ ਧੀਆਂ ਭੈਣਾਂ ਬੈਠੀਆਂ, ਉਹ ਵੀ ਕਿਸਾਨ ਆ। ਅਤੇ ਇਹ ਫਿਰ ਏਕਤਾ ਕਿੱਥੋਂ, ਏਕਤਾ ਆਪ ਜੀ ਨੇ ਕਿੱਥੋਂ ਸਿੱਖੀ ਆ ਤੁਸੀਂ ਸਾਰਿਆਂ ਵੀ ਉਹ ਪਾਸੇ ਨਹੀਂ, ਉਸ ਸਟੇਜ 'ਤੇ ਨਹੀਂ ਜਾਣਾ ਹੈ ਨਾ, ਜਿੱਥੇ ਹਮਲਾ ਹੋਇਆ RSS ਦੇ ਗੁੰਡਿਆਂ ਵੱਲੋਂ। ਸਗੋਂ ਉਹਨਾਂ ਦੀ ਮਦਦ ਕਰਨੀ ਆਪਣੇ ਭਰਾਵਾਂ ਦੀ, ਤੁਸੀਂ ਕਹਿ ਰਹੇ ਹੋ ਸਟੇਜ 'ਤੇ ਜਾਣਾ ਨਹੀਂ। ਅਜੇ ਵੀ ਉਹ ਗਲਤੀ ਕੀਤੀ ਜਾ ਰਹੀ ਹੈ। ਵੇਖੋ ਇਹ ਏਕਤਾ ਤੁਸੀਂ ਆਪ ਭੰਗ ਕਰ ਰਹੇ ਹਾਂ, ਕਿਸਾਨੀ ਮੋਰਚੇ ਨੂੰ ਆਪ ਤੁਸੀਂ ਢਾਹ ਲਾ ਰਹੇ ਹਾਂ। ਅਤੇ ਜਿਹੜਾ ਮਾਹੌਲ ਇਹ ਸਿਰਜਿਆ ਜਾ ਰਿਹਾ ਨਾ ਵੀ ਕੇਸਰੀ ਨਿਸ਼ਾਨ ਸਾਹਿਬ ਨੇ ਨੁਕਸਾਨ ਕੀਤਾ ਆ, ਇਹ ਧਰਮ ਦੀ ਰੰਗਤਾਂ ਦਾ ਉਹ ਧਰਮ ਨੁਕਸਾਨ ਕਰ ਰਿਹਾ ਆ, ਇਹ ਬਿਲਕੁਲ ਮੂਰਖਤਾ ਵਾਲੀਆਂ ਗੱਲਾਂ ਆ। ਵੇਖੋ ਕੇਸਰੀ ਨਿਸ਼ਾਨ ਸਾਹਿਬ ਜਿੰਨੀ ਏਕਤਾ ਦਾ ਪ੍ਰਤੀਕ ਹੈ, ਧਰਮ ਜਿੰਨੀ ਏਕਤਾ ਦਾ ਪ੍ਰਤੀਕ ਹੈ, ਦੁਨੀਆ 'ਤੇ ਹੋਰ ਕੋਈ ਨਿਸ਼ਾਨ ਇਤਨਾ ਇਸ ਪ੍ਰਕਾਰ ਏਕਤਾ ਦਾ ਪ੍ਰਤੀਕ ਹੈ ਨਹੀਂ। ਜਿੰਨਾ ਧਰਮ ਏਕਤਾ, ਸਬਰ, ਸਿਦਕ, ਸ਼ਾਂਤੀ ਸਿਖਾਉਂਦਾ, ਜਿੰਨਾ ਕੇਸਰੀ ਨਿਸ਼ਾਨ ਸਾਹਿਬ ਏਕਤਾ ਸਿਖਾਉਂਦਾ ਕੋਈ ਨਹੀਂ। ਵੇਖੋ ਧਰਮ ਅਤੇ ਕੇਸਰੀ ਨਿਸ਼ਾਨ ਸਾਹਿਬ ਏਕਤਾ ਦੀ ਗੱਲ ਸਭ ਤੋਂ ਵੱਧ ਕਰਦਾ, ਅਤੇ ਏਕਤਾ ਕਰਕੇ ਵਿਖਾਈ ਵੀ ਆ। ਏਕਤਾ ਵੇਖੋ ਪੂਰੀ ਦੁਨੀਆ ਦੇ ਵਿੱਚ ਖਾਲਸਾ ਏਡ ਚੱਲ ਰਹੀ ਆ। ਵੇਖੋ ਪੂਰੀ ਦੁਨੀਆ ਦੇ ਨਾਲ ਹੈ ਕੋਈ ਵਿਤਕਰਾ। ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਗੁਰੂ ਕੇ ਲੰਗਰਾਂ ਚੱਲਦੀਆਂ, ਗੁਰੂ ਦੀਆਂ ਪੰਗਤਾਂ ਚੱਲਦੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਧਰਮ ਨੇ, ਜੋ ਕੇਸਰੀ ਨਿਸ਼ਾਨ ਸਾਹਿਬ ਨੇ ਏਕਤਾ ਦਿੱਤੀ ਆ, ਹੋਰ ਕਿਸੇ ਧਰਮ 'ਚ ਇਹੋ ਜਿਹੀ ਫਿਲਾਸਫੀ ਹੈ ਹੀ ਨਹੀਂ ਗੀ। ਤੁਸੀਂ ਤਾਂ ਸੈਕੂਲਰਿਜ਼ਮ ਨੂੰ ਕਹਿ ਰਹੇ ਹੋ ਵੀ ਸੈਕੂਲਰਿਜ਼ਮ ਨੂੰ ਲਿਆਉਣਾ ਅੱਗੇ, ਅਤੇ ਧਰਮ ਨੂੰ ਪਿੱਛੇ ਕਰ ਰਹੇ ਹੋ। ਪਹਿਲਾਂ ਵੇਖਿਆ ਜਾਵੇ ਵੀ ਸਿੱਖੀ ਵਿੱਚ ਸਭ ਤੋਂ ਵੱਧ ਤਾਕਤ ਹੈ ਸੰਘਰਸ਼ ਲੜਨ ਦੀ, ਜਾਂ ਸੈਕੂਲਰਿਜ਼ਮ ਵਿੱਚ ਇਹ ਤਾਕਤ ਆ? ਜਾਂ ਹੁਣ ਤੱਕ ਜਿਹੜਾ ਸੰਘਰਸ਼ ਲੜਿਆ ਗਿਆ ਆ ਉਹ ਮਾਰਕਸਵਾਦ ਲੈਨਵਾਦ ਦੀ ਥਿਊਰੀ ਜਾਂ ਸੈਕੂਲਰਿਜ਼ਮ ਦੁਆਰਾ, ਤੁਹਾਡੇ ਸੈਕੂਲਰਿਜ਼ਮ ਦੁਆਰਾ ਇਹ ਪ੍ਰਾਪਤੀ ਹੋਈ ਹੈ ਕਿ ਜਾਂ ਸਿੱਖੀ ਕਰਕੇ ਹੁਣ ਤੱਕ ਜਿੰਨੀ ਪ੍ਰਾਪਤੀ ਹੋਈ ਸਿੱਖੀ ਕਰਕੇ ਹੋਈ ਹੈ ਨਾ? ਹੁਣ ਤੱਕ ਜਿੰਨੀ ਵੀ ਪ੍ਰਾਪਤੀ ਸੰਘਰਸ਼ ਵਿੱਚ ਹੋਈ ਆ ਉਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰਿਆਂ ਦੁਆਰਾ ਹੋਈ ਆ। ਉਹ ਸਿੱਖੀ ਜਜ਼ਬੇ ਕਰਕੇ ਹੋਈ ਆ, ਸਿੱਖੀ ਇਤਿਹਾਸ ਦੇ ਜਜ਼ਬੇ ਕਰਕੇ ਹੁਣ ਤੱਕ ਪਹੁੰਚੇ ਆ। ਇਹ ਤਾਂ ਜਿਹੜੇ ਕੇਸਰੀ ਨਿਸ਼ਾਨ ਸਾਹਿਬ ਨੂੰ ਭੰਡ ਰਹੇ ਆ ਜਾਂ ਧਰਮ ਨੂੰ ਆਖ ਰਹੇ ਆ, ਹੋਰ ਤਰ੍ਹਾਂ ਦੀਆਂ ਗੱਲਾਂ, ਹੋਰ ਵੱਖਵਾਦ ਦਾ ਨਾਂ ਦੇ ਰਹੇ ਆ, ਇਹ ਧਾਰਮਿਕ ਜਜ਼ਬਾ ਹੀ ਸੀਗਾ। ਇਹ ਕੇਸਰੀ ਨਿਸ਼ਾਨ ਸਾਹਿਬ ਦੀ ਤਾਕਤ ਸੀਗੀ ਵੀ ਜਿਹੜੇ ਉੱਥੇ ਹਰਿਆਣੇ ਦਾ ਬਾਰਡਰ ਨਹੀਂ ਸੀ ਟੱਪਣਾ ਚਾਹੁੰਦੇ, ਉਹ ਬਾਰਡਰ ਟਪਾ ਕੇ ਜੇ ਉਹ ਲਿਆਇਆ ਨਾ, ਉਹ ਧਰਮ ਲਿਆਇਆ। ਧਰਮ ਦੀ ਤਾਕਤ, ਉਹ ਨਿਸ਼ਾਨ ਸਾਹਿਬ ਦੀ ਤਾਕਤ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੀ ਤਾਕਤ। ਬਹੁਤੇ ਕਿਸਾਨ ਜਥੇਬੰਦੀਆਂ ਤਾਂ ਉੱਥੇ ਹੀ ਬੈਠੀਆਂ ਰਹਿਣੀਆਂ ਚਾਹੁੰਦੀਆਂ ਸੀ, ਗਾਂਹ ਨਹੀਂ ਹੋਣਾ ਚਾਹੁੰਦੀਆਂ ਸੀਗੀਆਂ, ਹਰਿਆਣਾ ਨਹੀਂ ਟੱਪਦੀਆਂ। ਉਹ ਕੇਸਰੀ ਨਿਸ਼ਾਨ ਸਾਹਿਬ ਦੀ ਤਾਕਤ ਇੱਥੇ ਲੈ ਕੇ ਆਈ ਦਿੱਲੀ ਦੇ ਬਾਰਡਰ ਉੱਤੇ, ਹੈ ਨਾ? ਅਤੇ ਇਸ ਕਰਕੇ ਜਿੰਨੀ ਏਕਤਾ ਕੇਸਰੀ ਨਿਸ਼ਾਨ ਸਾਹਿਬ ਥੱਲੇ ਨਾ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੜ੍ਹ ਕੇ ਵੇਖਿਓ, ਸਾਰੇ ਧਰਮਾਂ ਨੂੰ ਕਿੱਦਾਂ ਨਿਆਂ ਸੀਗਾ, ਸਾਰੇ ਧਰਮਾਂ ਵਿੱਚ ਕਿੱਦਾਂ ਏਕਤਾ ਸੀ, ਸਾਂਝੀਵਾਲਤਾ ਸੀਗਾ, ਹੈ ਨਾ? ਅਤੇ ਕੇਸਰੀ ਨਿਸ਼ਾਨ ਸਾਹਿਬ ਥੱਲੇ ਅਮੀਰ ਗਰੀਬ ਸਾਰੇ ਇਕੱਠੇ ਬਹਿ ਕੇ ਲੰਗਰ ਛਕਦੇ ਆ। ਏਕਤਾ ਸਭ ਤੋਂ ਵੱਧ ਕੇਸਰੀ ਨਿਸ਼ਾਨ ਸਾਹਿਬ 'ਚ ਆ। ਇਸ ਕਰਕੇ ਧਰਮ ਸਭ ਤੋਂ ਧਰਮ ਜਿਹੜਾ ਨਾ, ਧਰਮ ਹੀ ਇਨਸਾਨ ਨੂੰ ਇੱਕ ਉਹ ਜਜ਼ਬਾ ਸਿਖਾਉਂਦਾ, ਸਿਦਕ, ਸ਼ਾਂਤੀ, ਜਿਹੜੀ ਸ਼ਾਂਤੀ ਆਖ ਰਹੇ, ਸ਼ਾਂਤੀ ਰੱਖਣੀ, ਸਿਦਕ ਰੱਖਣਾ। ਇਹ ਕਿੱਥੋਂ ਅਸੀਂ ਸਿੱਖਾਂਗੇ ਸ਼ਾਂਤੀ ਰੱਖਣੀ, ਸਿਦਕ ਰੱਖਣਾ? ਇਹ ਮਾਰਕਸਵਾਦ ਲੈਨਵਾਦ ਕੋ ਸਿੱਖਾਂਗੇ, ਆਪਣੇ ਇਤਿਹਾਸ ਕੋ ਸਿੱਖਣਾ। ਸਭ ਤੋਂ ਵੱਧ ਸਿਦਕ ਜੇ ਸਬਰ ਵੀ ਰੱਖਿਆ ਹੈ ਨਾ, ਜੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਵੀ ਕੀਤਾ ਹੈ, ਅਤੇ ਉਹ ਵੀ ਸਾਨੂੰ ਧਰਮ ਸਿਖਾਉਂਦਾ ਹੈ, ਜ਼ਬਰ ਦਾ ਸਬਰ ਨਾਲ ਮੁਕਾਬਲਾ ਕਰਨਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਤੱਤੀ ਤਵੀਆਂ 'ਤੇ ਬਹਿ ਕੇ ਅਤੇ ਆਖਰੇ ਅਲਾਹ ਨੂੰ ਮੈਂ ਕਾਹੂ ਨਾ ਦਿਓ, ਮਹਾਰਾਜ ਕਹਿੰਦਾ ਅਲਾਮਾ ਨਹੀਂ ਮੈਂ ਕੋਈ ਦਿੰਦਾ, ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੈ। ਭਾਣਾ ਮੰਨ ਰਿਹਾ, ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰ ਰਹੇ ਆ। ਅਤੇ ਜੇ ਸਬਰ ਦੀ ਵੀ ਗੱਲ, ਸ਼ਾਂਤੀ ਦੀ ਵੀ ਗੱਲ ਕਰੋ, ਅਤੇ ਗੁਰੂ ਕੇ ਬਾਗ ਦਾ ਮੋਰਚਾ ਪੜ੍ਹਿਓ, ਹੋਰ ਸਿੱਖ ਇਤਿਹਾਸ ਦੇ ਮੋਰਚੇ ਪੜ੍ਹੋ, ਕਿੱਡਾ ਕਿੱਡਾ ਸਿਦਕ ਸੀ, ਕਿੱਡਾ ਸਬਰ ਸੀ। ਉਹ ਵੀ ਕੇਸਰੀ ਨਿਸ਼ਾਨ ਸਿਖਾ ਰਿਹਾ, ਧਰਮ ਸਿਖਾ ਰਿਹਾ। ਸਬਰ ਵੀ ਸਿਦਕ ਵੀ ਧਰਮ ਸਿਖਾਉਂਦਾ। ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ, ਭੈ ਕਿਸੇ ਨੂੰ ਦੇਣਾ ਨਹੀਂ, ਕਿਸੇ ਦਾ ਮੰਨਣਾ ਵੀ ਨਹੀਂ ਗਾ। ਸਬਰ ਸਿਦਕ ਰੱਖਣਾ, ਉਹ ਵੀ ਧਰਮ 'ਚੋਂ ਸਿੱਖਿਆ ਮਿਲ ਰਹੀ ਆ। ਹਾਂ, ਆਪਣੀ ਇੱਜ਼ਤ ਪੱਤ ਲੁਟਾ ਲੈਣੀ ਹੈ, ਇਹਦੀ ਆਗਿਆ ਨਹੀਂ ਦਿੰਦਾ ਧਰਮ। ਸਿੱਖ ਇਤਿਹਾਸ ਦੀ ਆਗਿਆ ਨਹੀਂ ਦਿੰਦਾ। ਇੱਜ਼ਤ ਲੁਟਾ ਲਓ, ਸਾਹਮਣੇ ਮਾਂ ਭੈਣ ਲੁੱਟੀ ਜਾਓ, ਤੁਸੀਂ ਸ਼ਾਂਤੀ ਕੂਕੀ ਜਾਓ। ਉੱਥੇ ਫਿਰ ਚੂੰ ਕਰ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਮ ਬਸ ਮਸ਼ੀਰ ਦਸ ਦਾ ਸਿਧਾਂਤ ਆ।
ਉੱਥੇ ਫਿਰ ਸ਼ਮਸ਼ੀਰ ਚੁੱਕਣ ਦਾ ਸਿਧਾਂਤ ਆ। ਪਰ ਏਕਤਾ ਜਿੰਨੀ ਸਿੱਖ ਧਰਮ 'ਚ ਆ ਕਿੱਥੇ ਆ? ਗੁਰਬਾਣੀ ਤੋਂ ਫਰਮਾ ਰਹੀ ਆ। ਸਤਿਗੁਰੂ ਸਾਹਿਬ ਗੁਰਬਾਣੀ 'ਚ ਫਰਮਾਉਂਦੇ ਨਾ, ਇੱਕ ਨੂਰ ਤੇ ਸਭ ਜੁਗ ਉਪਜਿਆ ਕੌਣ ਭਲੇ ਕੋ ਮੰਦੇ, ਮਾਨਸ ਕੀ ਜਾਤ ਸਭ ਇੱਕ ਪਹਿਚਾਨ ਵੋ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਫਰਮਾਉਂਦੇ ਆ। ਸੋ ਇਸ ਕਰਕੇ ਸੈਕੂਲਰਿਜ਼ਮ ਜਿਹੜਾ ਆ ਉਹ ਤਾਂ ਆਖਦਾ ਆ ਵੀ ਜਿਹੜਾ ਰਾਜ ਇਹਨੂੰ ਧਰਮ ਨੂੰ ਵੱਖ ਕਰ ਦੇਣਾ। ਵੇਖੋ ਤੁਸੀਂ ਰਾਜ ਸੈਕੂਲਰਿਜ਼ਮ ਤੁਹਾਡਾ ਆਖਦਾ ਆ ਵੀ ਰਾਜ ਨੂੰ ਧਰਮ ਨੂੰ ਵੱਖ ਕਰ ਦਿਓ। ਅਤੇ ਇਕੱਲੇ ਜਿਹੜੇ ਰਾਜੇ ਹੋਏ ਆ ਜਿਨ੍ਹਾਂ ਕੋਲ ਧਰਮ ਨਹੀਂ ਸੀਗਾ, ਰੱਬ ਦਾ ਭੈ ਨਹੀਂ ਸੀ ਜਿਨ੍ਹਾਂ ਦੇ ਕੋਲ, ਉਹ ਰਾਜੇ ਤਾਨਾਸ਼ਾਹ ਹੋਏ। ਹਿਟਲਰ ਵਰਗੇ, ਹੁਣ ਮੋਦੀ ਵਰਗੇ ਰੱਬ ਦਾ ਭੈ ਭੁਲਾ ਕੇ ਬੈਠੇ ਆ ਨਾ, ਤਾਨਾਸ਼ਾਹ ਬਣੇ ਨਾ। ਮਹਾਰਾਜ ਸਾਹਿਬ ਜੀ ਨੇ ਮੀਰੀ ਪੀਰੀ ਦਾ ਸਿਧਾਂਤ ਇਕੱਠਾ ਕੀਤਾ ਆ, ਭਗਤੀ ਸ਼ਕਤੀ ਨੂੰ ਇਕੱਠਾ ਕੀਤਾ ਆ। ਅਤੇ ਮੀਰੀ ਅਤੇ ਪੀਰੀ, ਮੀਰੀ ਦੇ ਉੱਤੇ ਪੀਰੀ ਦਾ ਨਿਸ਼ਾਨ ਸਾਹਿਬ ਥੋੜ੍ਹਾ ਉੱਚਾ ਆ, ਇਸ ਕਰਕੇ ਰਾਜ ਉੱਤੇ ਧਰਮ ਦਾ ਕੁੰਡਾ ਉੱਤੇ ਰੱਖਿਆ, ਰਾਜ ਦੇ ਉੱਤੇ ਧਰਮ ਦਾ ਕੁੰਡਾ ਰੱਖਿਆ। ਅਤੇ ਰਾਜ ਅਤੇ ਇਸ ਪ੍ਰਕਾਰ ਜਿਹੜਾ ਧਰਮ ਹੈ ਇੱਕ ਦੂਜੇ ਦੇ ਪੂਰਕ ਆ। ਮਹਾਰਾਜ ਜੀ ਨੇ ਵੀ ਬਚਨ ਗਏ, ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਇਸ ਕਰਕੇ ਰਾਜ ਬਿਨਾ ਧਰਮ ਨਹੀਂ ਚੱਲਦਾ, ਧਰਮ ਬਿਨਾ ਰਾਜ ਨਹੀਂ ਚੱਲ ਸਕਦਾ ਹੈ। ਇਸ ਕਰਕੇ ਰਾਜਾ ਧਰਮੀ ਹੋਣਾ ਚਾਹੀਦਾ। ਮਹਾਰਾਜ ਨੇ ਸਾਨੂੰ ਰਾਜ ਜੋਗੀ ਬਣਾਇਆ, ਰਾਜ ਜੋਗੀ ਬਣਾਇਆ ਹੈ ਨਾ। ਇਸ ਕਰਕੇ ਮਹਾਰਾਜ ਨੇ ਕਿਹਾ ਸੀ ਜਿੱਥੇ ਤਾਨਾਸ਼ਾਹੀ ਹੋਏਗਾ ਰਾਜਾ, ਉੱਥੇ ਉਹ ਧਰਮ ਦਾ ਕੁੰਡਾ ਉਹਦੇ ਸਿਰ 'ਤੇ ਮਹਾਰਾਜ ਸਾਹਿਬ ਜੀ ਨੇ ਰੱਖਿਆ। ਜਿੱਥੇ ਹੁਣ ਇਕੱਲਾ ਇਸ ਪ੍ਰਕਾਰ ਮਾਲਾ ਸੀ, ਉੱਥੇ ਜਰਵਾਣੇ ਲੁੱਟ ਕੇ ਲਿਜਾਂਦੇ ਰਹੇ। ਮਹਾਰਾਜ ਨੇ ਰਾਜ ਦੀ ਵਾੜ ਦਿੱਤੀ ਆ। ਜਿੱਥੇ ਇਕੱਲੇ ਇਸ ਪ੍ਰਕਾਰ ਜ਼ੁਲਮ ਕਰਦੀ ਸੀ ਤਲਵਾਰ, ਉੱਥੇ ਮਹਾਰਾਜ ਸਾਹਿਬ ਜੀ ਨੇ ਧਰਮ ਦੇ ਕੇ ਕਿਰਪਾਨ ਬਣਾਈ, ਕਿਰਪਾ ਕਰਨ ਵਾਲੀ ਹੈ ਨਾ। ਇਸ ਕਰਕੇ ਮਾਰਕਸਵਾਦ ਲੈਨਵਾਦ ਦੀ ਥਿਊਰੀ ਜਾਂ ਸੈਕੂਲਰਿਜ਼ਮ ਦੀ ਥਿਊਰੀ ਨਾ ਥੋਪੋ। ਸਿੱਖੀ ਵਿੱਚ ਸਭ ਤੋਂ ਵੱਧ ਤਾਕਤ ਆ ਸੈਕੂਲਰਿਜ਼ਮ ਨਾਲੋਂ। ਅਤੇ ਹੁਣ ਤੱਕ ਸੰਘਰਸ਼ ਵਿੱਚ ਪ੍ਰਾਪਤੀ ਸਿੱਖੀ ਦੇ ਨਾਅਰਿਆਂ ਕਰਕੇ ਹੋਈ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਨਾਅਰਿਆਂ ਕਰਕੇ ਹੋਈ ਆ। ਇਹ ਜਿਹੜੀ ਪ੍ਰਾਪਤੀ ਹੋਈ ਆ ਨਾ, ਇਹ ਕੇਸਰੀ ਨਿਸ਼ਾਨ ਸਾਹਿਬ ਕਰਕੇ ਹੋਈ ਆ। ਇਹ ਕੇਸਰੀ ਨਿਸ਼ਾਨ ਸਾਹਿਬ ਅਕਾਲ ਪੁਰਖ ਦਾ ਨਿਸ਼ਾਨ ਸਾਹਿਬ ਆ, ਇਹ ਸੱਚ ਦਾ ਨਿਸ਼ਾਨ ਸਾਹਿਬ ਹੈ। ਇਹਨੂੰ ਕਈ ਲਾਉਣ ਵਾਲੇ, ਕਈ ਢਾਉਣ ਵਾਲੇ ਆਏ। ਸਾਨੂੰ ਇਸ ਕਰਕੇ ਨਾਲ ਇਹ ਵੀ ਗੱਲ ਯਾਦ ਰੱਖੀਏ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਦੇਸ਼ ਦੀਆਂ ਗੁਲਾਮੀ ਦੀਆਂ ਜੰਜੀਰਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੋੜੀਆਂ ਨਾ ਜਿਹੜੀਆਂ, ਉਹ ਸੈਕੂਲਰਿਜ਼ਮ ਨੇ ਨਹੀਂ ਤੋੜੀਆਂ। ਉਹ ਅਕਾਲ ਪੁਰਖ ਦੀ ਕਿਰਪਾ ਨਾਲ ਖੰਡੇ ਬਾਟੀ ਦੀ ਪੌਲ ਛਕਾ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਬਿਆਂ ਵਿੱਚ ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਵਿੱਚ ਇਸ ਦੇਸ਼ ਦੀਆਂ ਭਾਰਤ ਦੀਆਂ ਜੰਜੀਰਾਂ ਤੋੜੀਆਂ ਗੁਲਾਮੀ ਦੀਆਂ। ਮੁਗਲਾਂ ਕੋਲੋਂ ਜੰਜੀਰਾਂ ਸੈਕੂਲਰਿਜ਼ਮ ਨੇ ਨਹੀਂ ਤੋੜੀਆਂ, ਉਹ ਧਰਮ ਨੇ, ਉਹ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਰਹਿ ਕੇ ਤੋੜੀਆਂ। ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਰਾਜ ਭਾਗ ਦੇ ਮਾਲਕ ਜਿਹੜਾ ਬਣਾਇਆ ਨਾ, ਉਹ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਬਣਾਇਆ, ਜ਼ਮੀਨਾਂ ਦੇ ਮਾਲਕ ਬਣਾਇਆ। ਅਤੇ ਕੇਸਰੀ ਨਿਸ਼ਾਨ ਸਾਹਿਬ ਨੂੰ, ਆਪਣੀ ਪਹਿਚਾਣ ਨੂੰ ਖਾਲਸਾ ਕਦੇ ਵੀ ਨਹੀਂ ਛੱਡ ਸਕਦਾ, ਕਦੇ ਵੀ ਨਹੀਂ ਤਿਆਗ ਸਕਦਾ ਹੈ ਨਾ। ਵੇਖੋ ਜਦੋਂ ਭਾਰਤ ਪਾਕਿਸਤਾਨ ਬਣਿਆ ਆ, ਉਦੋਂ ਵੀ ਸਿੱਖਾਂ ਦਾ ਉਜਾੜਾ ਹੋਇਆ। ਉੱਥੇ ਵੇਖੋ ਮੁਰੱਬਿਆਂ ਨਾਲ ਪੈਲੀ, ਸਾਡੇ ਬਜ਼ੁਰਗ ਵੀ ਦਾਦੇ ਬਾਬੇ ਉਧਰ ਮੁਰੱਬਿਆਂ ਦੀ ਪੈਲੀ ਛੱਡ ਕੇ ਆ ਗਏ, ਮੁਰੱਬਿਆਂ ਦੀ ਪੈਲੀ। ਪਰ ਉਹਨਾਂ ਨੇ ਆਪਣੀ ਪਹਿਚਾਣ ਨਹੀਂ ਛੱਡੀ। ਜੇ ਚਾਹੁੰਦੇ ਤਾਂ ਉੱਥੇ ਰਹਿ ਸਕਦੇ ਮੁਸਲਮਾਨ ਬਣ ਕੇ, ਕੇਸਰੀ ਨਿਸ਼ਾਨ ਲਗਾ ਲੈਂਦੇ ਅਤੇ ਮੁਸਲਮਾਨ ਬਣ ਜਾਂਦੇ, ਮੁਰੱਬੇ ਨਾ ਗਵਾਉਂਦੇ। ਖਾਲਸੇ ਨੇ ਆਪਣੀ ਪਹਿਚਾਣ ਨੂੰ ਨਹੀਂ ਲੁਕਾਇਆ, ਕੇਸਰੀ ਨਿਸ਼ਾਨ ਨੂੰ ਨਹੀਂ ਲੁਕਾਇਆ, ਸਿੱਖੀ ਨੂੰ ਬਰਕਰਾਰ ਰੱਖਿਆ। ਮੁਰੱਬਿਆਂ ਦੇ ਮੁਰੱਬੇ ਪਾਕਿਸਤਾਨ ਛੱਡ ਆਏ ਆ, 100% ਇੱਧਰ ਆਏ। ਇੱਕਾ ਦੁੱਕਾ ਜਿਹੜੇ ਬੇਗੈਰਤ ਜਿਨ੍ਹਾਂ ਦੀ ਮਾਨਸਿਕਤਾ ਵਿੱਚ ਗੁਲਾਮੀ ਵੱਡੀ ਸੀ, ਜਿੱਦਾਂ ਹੁਣ ਵੱਡੀ ਹੈ ਕਈਆਂ ਦੇ ਮਨ ਵਿੱਚ, ਮਾਨਸਿਕਤਾ ਵਿੱਚ ਹੀ ਗੁਲਾਮੀ ਵੜ ਗਈ ਨਾ, ਮਹਿਸੂਸ ਨਹੀਂ ਹੁੰਦੀ। ਜਿਵੇਂ ਤੁਸੀਂ ਉਹ ਵੀਡੀਓ ਵੇਖੀ ਨਾ ਕਿ ਪੰਛੀ ਨੂੰ ਕੱਢਦੇ ਆ, ਚਿੜੀਆ ਘਰ 'ਚ ਬਹੁਤ ਸਮਾਂ ਤਾੜਿਆ ਹੁੰਦਾ ਕਿ ਪੰਛੀ ਦੇ ਉਹਨੂੰ ਬਾਹਰ ਛੱਡਦੇ ਆ ਡਾਉਣ ਲਈ ਪਹਾੜੀ 'ਤੇ, ਉਹਦੇ ਕੋਲ ਉੱਡ ਹੀ ਨਹੀਂ ਹੁੰਦਾ, ਇੰਨੀ ਗੁਲਾਮੀ ਘਰ ਕਰ ਗਈ। ਉਹਦੇ ਜਿਹੜੇ ਖੰਭ ਹੁੰਦੇ ਆ ਉਹਨਾਂ ਦੇ ਬਲ ਹੀ ਨਹੀਂ ਲੈਂਦਾ, ਉੱਡ ਹੀ ਨਹੀਂ ਸਕਦਾ, ਪਰਵਾਜ਼ ਹੀ ਖਤਮ ਹੋ ਗਈ। ਮਾਨਸਿਕਤਾ ਜਿੱਦਾਂ ਗੁਲਾਮੀ ਕਈਆਂ ਦੇ ਵੜੀ, ਇੱਦਾਂ ਦੀ ਗੁਲਾਮੀ ਵਾਲੇ ਇੱਕਾ ਦੁੱਕਾ ਰਹੇ। ਚੌਧਰੀ ਖਵਾਉਂਦੇ ਹੋਣਗੇ ਪਾਕਿਸਤਾਨ ਅੱਜ, ਪਰ ਖਾਲਸਾ ਜਿਹੜਾ ਸੀ ਗੁਰੂ ਕੇ ਸਿੱਖ ਸੀ ਨਾ, ਉਹ ਮੁਰੱਬਿਆਂ ਨਾਲ ਉੱਥੇ ਛੱਡ ਆਏ, ਪਰ ਆਪਣੀ ਸਿੱਖੀ ਪਹਿਚਾਣ ਨੂੰ ਨਹੀਂ ਲਗਾਇਆ। ਅਤੇ ਇਹ ਤਾਂ ਉਹ ਗੱਲ ਹੋ ਗਈ ਨਾ, ਮੈਂ ਕੇਸਰੀ ਨਿਸ਼ਾਨ ਦੀ ਧਰਮ ਦੀ ਗੱਲ ਨਾ ਕਰੋ। ਇਹ ਤਾਂ ਫਿਰ ਜਿੱਦਾਂ ਸਾਨੂੰ ਮੁਗਲ ਵੀ ਦਿੰਦੇ ਸੀ ਰਾਜ ਭਾਗ, ਡੋਲੇ ਲੈ ਲਓ, ਰਾਜ ਭਾਗ ਲੈ ਲਓ ਹੈ ਨਾ, ਰਾਜ ਭਾਗ ਲੈ ਲਓ ਤਾਂ ਤੁਸੀਂ ਆਪਣੀ ਪਰ ਸਿੱਖੀ ਛੱਡ ਦਿਓ, ਸਿੱਖੀ ਤਿਆਗ ਦਿਓ ਹੈ ਨਾ, ਆਪਣੀ ਸਿੱਖੀ ਨੂੰ ਤਿਆਗ ਦਿਓ, ਕੇਸਾਂ ਦੀ ਬੇਅਦਬੀ ਕਰ ਦਿਓ। ਖਾਲਸੇ ਨੇ ਕੇਸਾਂ ਦੀ ਬੇਅਦਬੀ ਨਹੀਂ ਕਰਾਈ, ਸਿੱਖੀ ਨੂੰ ਨਹੀਂ ਲੁਕਾਇਆ, ਕੇਸਰੀ ਨਿਸ਼ਾਨ ਨੂੰ ਨਹੀਂ ਲੁਕਾਇਆ। ਅਤੇ ਨਵਾਬੀਆਂ ਜਿਹੜੀਆਂ ਸੀ ਨਾ, ਉਹਨਾਂ ਦੀਆਂ ਠੁਕਰਾ ਦਿੱਤੀਆਂ, ਉਹਨਾਂ ਮੁਗਲਾਂ ਦੀਆਂ ਜਗੀਰਾਂ, ਮੁਰੱਬੇ, ਸਾਰਾ ਕੁਝ ਰਾਜ ਭਾਗ ਤਿਆਗ ਦਿੱਤਾ, ਠੋਕਰਾਂ ਮਾਰੀਆਂ
ਕਿ ਖਾਲਸੇ ਨੇ ਆਪਣੀਆਂ ਜ਼ਮੀਨਾਂ ਦੇ ਮਾਲਕ ਕੇਸਰੀ ਨਿਸ਼ਾਨ ਸਾਹਿਬ ਦੇ ਨਾਲ ਰਹਿ ਕੇ ਬਣਨਾ, ਆਪਣੀ ਪਛਾਣ ਦੇ ਨਾਲ ਰਹਿ ਕੇ ਬਣਨਾ ਆ। ਇਸ ਕਰਕੇ ਸੌੜੀ ਮਾਨਸ ਦਾ ਜਿਹੜੀ ਨਾ ਇਹਨੂੰ ਤਿਆਗੋ। ਧਰਮ ਜਿਹੜਾ ਨਾ ਸੱਚਾ ਰਾਹ ਵਿਖਾਉਂਦਾ ਆ, ਉਹ ਨਿਰਮਲ ਬਣਾਉਂਦਾ। ਹਰ ਕੋ ਨਾਮ ਜਪ ਨਿਰਮਲ ਕਰਮ ਕਰਨੇ ਸਿਖਾਉਂਦਾ ਉਹ। ਇਸ ਕਰਕੇ ਨਿਰਮਲ ਵਿਅਕਤੀ, ਧਾਰਮਿਕ ਵਿਅਕਤੀ ਹੀ ਸੱਚਾ ਰਾਜਾ ਹੋ ਸਕਦਾ ਹੈ। ਜਿਹਦੇ ਕੋਲ ਧਰਮ ਨਹੀਂ ਉਹ ਤਾਂ ਫਿਰ ਤਾਨਾਸ਼ਾਹ ਹੋ ਜਾਂਦਾ। ਇਸ ਕਰਕੇ ਜਿਹੜੇ ਬੇਤੁਕੇ ਜਿਹੜੇ ਬਿਆਨ ਆ ਨਾ, ਇਹ ਨਹੀਂ ਦੇਣੇ ਚਾਹੀਦੇ। ਏਕਤਾ ਦੇ ਹਾਮੀ ਹੋ ਅਤੇ ਕੇਸਰੀ ਨਿਸ਼ਾਨ ਸਾਹਿਬ ਵਾਲਿਆਂ ਨੂੰ ਇਸ ਪ੍ਰਕਾਰ ਵੱਖਵਾਦੀ ਅੱਖ ਦੇ ਨਾਲ ਨਾ ਵੇਖਿਆ ਜਾਵੇ। ਅਤੇ ਏਕਤਾ ਜੇ ਕਹਿੰਦੇ ਤਾਂ ਏਕਤਾ ਬਣਾਓ। ਸੰਘਰਸ਼ ਤਾਂ ਹੀ ਕਾਮਯਾਬ ਹੋਣਾ ਜੇ ਸਾਡੇ ਜਿਹੜੇ ਇਸ ਪ੍ਰਕਾਰ ਜਿਹੜੇ ਆਗੂ ਬਣ ਕੇ ਬੈਠੇ ਸੰਯੁਕਤ ਮੋਰਚੇ ਵਾਲੇ, ਉਹਨਾਂ ਵਿੱਚੋਂ ਤਾਂ ਬਹੁਤਿਆਂ ਨੂੰ ਗਰਦਾਰੀ ਦੀ ਵਾਸ਼ਨਾ ਆਉਣ ਲੱਗ ਪਈ। ਹੁਣ ਦੂਜਾ ਸੁਖਬੀਰ ਬਾਦਲ ਗਿਆ ਨੂੰ ਇੰਟਰ ਕਰਨ ਦੀਆਂ ਖਬਰਾਂ ਆ ਰਹੀਆਂ, ਗਾਜ਼ੀਆਬਾਦ ਬਾਰਡਰ ਦੁਆਰਾ ਇੰਟਰ ਕਰਨ ਦੀਆਂ ਖਬਰਾਂ। ਜੇ ਇਹੋ ਜਿਹਾ ਜੇ ਬਦਨੀਤੀ, ਜੇ ਚੌਧਰਾਂ ਦੀ ਭੁੱਖ ਹੀ ਆ, ਅਤੇ ਫਿਰ ਕਿੱਦਾਂ ਪ੍ਰਾਪਤੀ ਕਰਾ ਸਕਦੇ ਆ ਤੁਸੀਂ। ਇਸ ਕਰਕੇ ਬਦਨੀਤੀ ਨੂੰ ਤਿਆਗੋ। ਲੱਖੀ ਸਿਧਾਣੇ ਦੀਪ ਸਿੱਧੂ ਨੂੰ ਬੇਵਜ੍ਹਾ ਹੀ ਗਦਾਰ ਕਰਾਰ ਦੇ ਦਿੱਤਾ। ਚਲੋ ਉਹਨਾਂ ਨੂੰ ਬੇਨਤੀ ਆ ਵੀ ਉਹ ਸਿੰਘ ਬਣਨ, ਗੁਰੂ ਵਾਲੇ ਬਣਨ, ਪਰ ਉਹਨਾਂ ਦਾ ਜੋ ਯੋਗਦਾਨ ਹੈਗਾ ਸ਼ਲਾਘਾਯੋਗ ਆ। ਉਹਨਾਂ ਦਾ ਯੋਗਦਾਨ, ਉਹਨਾਂ ਦਾ ਕਿਸਾਨੀ ਸੰਘਰਸ਼ ਵਿੱਚ, ਲੱਖੀ ਸਿਧਾਣੇ ਦੀਪ ਸਿੱਧੂ ਦਾ ਸ਼ਲਾਘਾਯੋਗ ਯੋਗਦਾਨ ਹੈ ਕਿਸਾਨੀ ਸੰਘਰਸ਼ ਵਿੱਚ। ਹੋਰ ਸਾਰੇ ਨੌਜਵਾਨਾਂ ਦਾ, ਨੌਜਵਾਨੀ ਦੀ ਸਹੀ ਤਰਜਮਾਨੀ ਕਰਨੀ। ਤੁਸੀਂ ਆਪਣੀ ਨਲਾਇਕੀ ਨੂੰ ਛੁਪਾਉਣ ਲਈ ਨੌਜਵਾਨਾਂ ਨੂੰ ਗਦਾਰ ਕਹੀ ਜਾਂਦੇ, ਭੰਡ ਰਹੇ ਆ। ਇਹੋ ਜਿਹੀਆਂ ਜਿਹੜੀਆਂ ਗੈਰ ਜ਼ਿੰਮੇਦਾਰਾਨਾ ਬਿਆਨ ਇਹਨਾਂ ਤੋਂ ਬਾਜ਼ ਆਓ। ਇਹਨਾਂ ਏਕਤਾ ਭੰਗ ਹੋ ਰਹੀ ਆ। ਧਰਮ ਜਿਹੜਾ ਨਾ, ਸਿੱਖ ਧਰਮ ਕੇਸਰੀ ਨਿਸ਼ਾਨ ਏਕਤਾ ਦਾ ਜਨਾਇਕ ਆ। ਇਸ ਕਰਕੇ ਬੇਈਮਾਨੀਆਂ ਛੱਡੋ, ਚੌਧਰਾਂ ਛੱਡੋ। ਜੇ ਕਿਸਾਨੀ ਸੰਘਰਸ਼ ਨੂੰ ਜੇ ਚਾਹੁੰਦੇ ਹੋ ਵੀ ਉਹ ਸਫਲਤਾ ਵਾਲੇ ਪਾਸੇ ਵਧੇ, ਅਤੇ ਇਹਨਾਂ ਗਦਾਰਾਂ ਨੂੰ ਸਾਰਿਆਂ ਨੂੰ ਪਛਾਣਨਾ ਚਾਹੀਦਾ ਆ। ਜੇ ਗਦਾਰ ਹੀ ਅੱਗੇ ਲਾ ਛੱਡੇ, ਜਿਵੇਂ ਬਾਦਲਾਂ ਧੋਖਾ ਕੀਤਾ, ਫਿਰ ਗਦਾਰਾਂ ਹੀ ਧੋਖਾ ਕਰਨਾ। ਗਦਾਰਾਂ ਨੂੰ ਪਛਾਣ ਕਰਕੇ ਅਤੇ ਇੱਕ ਧਰਮੀ ਸੱਚੇ ਸੁੱਚੇ ਸੰਤ ਸਿਪਾਹੀ ਜਿਹੜੇ ਨਾ, ਇਹੋ ਜਿਹਿਆਂ ਦੇ ਹੱਥ ਵਾਗਡੋਰ ਦੇਣੀ ਚਾਹੀਦੀ ਹੈ, ਤਾਂ ਕੋਈ ਪ੍ਰਾਪਤੀ ਹੋਣੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।